ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਟੱਚ ਕਰਦੇ ਹਾਂ ਤੇ ਅਜਿਹੇ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਜਿਹੜਾ ਕਿ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ, ਨਾ ਸਿਰਫ ਰਾਜਨੀਤਿਕ ਤੌਰ ਤੇ ਬਲਕਿ ਸਮਾਜਿਕ ਤੌਰ ਤੇ ਵੀ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜਾ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਅਜਿਹੇ ਮੁੱਦਿਆਂ ਦੇ ਨਾਲ ਰੂਬਰੂ ਕਰਾਂਦੇ ਜਿਹੜਾ ਕਿ ਆਮ ਜੀਵਨ ਦੇ ਵਿੱਚ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਸ਼ੋਅ ਤੁਸੀਂ ਲਾਈਵ ਦੇਖ ਰਹੇ ਹੋ ਤੇ ਪੰਜਾਬ ਟੁਡੇ ਦੇ ਫੇਸਬੁੱਕ YouTube ਪੇਜ ਤੇ ਇਸ ਨੂੰ ਲਾਈਕ ਦੇ ਸਕਦੇ ਹੋ ਤੇ ਇਸ ਤੋਂ ਇਲਾਵਾ ਲਾਈਕ ਕਰੋ ਦੋਨੋਂ ਪੇजेस ਨੂੰ। ਇਸ ਤੋਂ ਇਲਾਵਾ इंस्टाग्राम ਤੇ ट्विटर पेज ਨੂੰ ਵੀ ਲਾਈਕ ਕਰੋ ਤੇ ਇੱਕ ਨੰਬਰ ਫਲੈਸ਼ ਹੋ ਰਿਹਾ 0172410255 ਇਸ ਨੰਬਰ ਤੇ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ ਤੇ ਇਸ ਤੋਂ ਇਲਾਵਾ ਸਵਾਲ ਪੁੱਛ ਸਕਦੇ ਹੋ, ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ। ਤੇ ਹੁਣ ਰੁਕ ਕਰਦੇ ਹਾਂ ਪੰਜਾਬ ਦੀ ਵੱਡੀ ਖਬਰਾਂ ਦੇ ਵੱਲ ਤੇ ਕੱਲ ਸੀਐਮ ਭਗਵੰਤ ਮਾਨ ਨੇ ਜਿਹੜੀ ਹੈ ਕੈਬਨਿਟ ਮਿਨਿਸਟਰ ਜਿਹੜੇ ਹੈ ਪੀਯੂਸ਼ ਗੋਇਲ ਉਹਨਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਵਿੱਚ ਜਿਹੜਾ ਉਹਨਾਂ ਨੇ ਬਕਾਇਆ ਰਾਸ਼ੀ ਆ RDF ਦੀ ਪੇਮੈਂਟ ਹੈ ਉਹਦੇ ਬਾਰੇ ਗੱਲਬਾਤ ਕੀਤੀ ਤੇ ਕਿਹਾ ਕਿ ਪੰਜਾਬ ਦੀ ਬਕਾਇਆ ਰਾਸ਼ੀ ਜਿਹੜੀ ਹੈ ਦਿੱਤੀ ਜਾਵੇ, ਰਿਲੀਜ਼ ਕੀਤੀ ਜਾਵੇ ਤੇ ਮੁਲਾਕਾਤ ਜਿਹੜੀ ਕੀਤੀ ਗਈ ਕਿਉਂਕਿ ਕੱਲ ਨੀਤੀ ਆਯੋਗ ਦੀ ਮੀਟਿੰਗ ਸੀਗੀ, ਦੂਜਾ ਦਿਨ ਸੀਗਾ। ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਦ ਸੀਗਾ ਤੇ ਉਸ ਵੇਲੇ ਪ੍ਰਧਾਨ ਮੰਤਰੀ ਜਿਹੜੀ ਇਸ ਗਵਰਨਿੰਗ ਕਾਉਂਸਲਿੰਗ ਮੀਟਿੰਗ ਹੈ ਇਸ ਨੂੰ ਹੈਡ ਕਰਦੇ ਤੇ ਉੱਥੇ ਉਹਨਾਂ ਨੇ ਉਹਦੇ ਨਾਲ ਮੀਟਿੰਗ ਕੀਤੀ ਸੀਗੀ ਤੇ MSP ਤੇ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਆਪਣੀ ਡਿਮਾਂਡਸ ਰੇਜ਼ ਕੀਤੀ ਸੀ ਕਿ ਪੰਜਾਬ ਨੂੰ ਇਸ ਵੇਲੇ ਕੀ ਕੁਝ ਚਾਹੀਦਾ ਹੈ। ਹੁਣ ਰੁਕ ਕਰਦੇ ਹਾਂ ਪੰਜਾਬ ਦੀ ਅਹਿਮ ਜਿਹੜੀ ਖਬਰ ਹੈ ਉਹ ਇਹ ਹੈ ਕਿ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਉਹ 11 ਅਗਸਤ ਨੂੰ ਹੋਣ ਵਾਲੀ ਹੈ, ਸਵੇਰੇ 11:30 ਵਜੇ ਹੋਏਗੀ, ਯਾਨੀ ਕਿ ਰੱਖੜੀ ਵਾਲੇ ਦਿਨ ਇਹ ਮੀਟਿੰਗ ਹੋਣ ਵਾਲੀ ਹੈ ਤੇ ਬੇहद ਅਹਿਮ ਇਹ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਕੋਈ ਵੱਡੇ ਤੋਹਫੇ ਜਿਹੜੇ ਆ ਸਰਕਾਰ ਵੱਲੋਂ ਦਿੱਤੇ ਜਾ ਸਕਦੇ ਹੈ, ਇਹ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ। ਅੱਜ ਦੇ ਮੁੱਦੇ ਦੀ ਗੱਲ ਕਰੀਏ, ਮੁੱਦਾ ਨਹੀਂ ਕਹੂੰਗੀ, ਇੱਕ ਸਮਾਜਿਕ ਇਸ਼ੂ ਹੈ, ਇੱਕ ਅਜਿਹਾ ਇਸ਼ੂ ਜੋ ਕਿ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ, ਖਾਸ ਕਰ ਇਨ ਦਿਨਾਂ ਚਰਚਾਵਾਂ ਦੇ ਵਿੱਚ ਹੈ। ਵੈਸੇ ਤਾਂ ਹਰ ਰੋਜ਼ ਆਏ ਦਿਨ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹੋਣੇ ਕਿ ਜਿਹੜੇ ਘਰੇਲੂ ਹਿੰਸਾ ਦੇ ਮਾਮਲੇ ਉਹ ਲਗਾਤਾਰ ਵੱਧ ਰਹੇ ਹੈ, ਪਰ ਇਹ ਜਿਹੜਾ ਮੁੱਦਾ ਹੈ ਆਖਿਰ ਕਿਉਂ ਘਰੇਲੂ ਹਿੰਸਾ ਦੀ ਮਹਿਲਾਵਾਂ ਸ਼ਿਕਾਰ ਹੁੰਦੀ ਹੈ ਇਹ ਬੇहद ਅਹਿਮ ਹੈ ਤੇ ਅੱਜ ਦਾ ਅਹਿਮ ਮੁੱਦਾ ਹੈ ਘਰੇਲੂ ਹਿੰਸਾ। क्यों हो रही है घरेलू हिंसा, आखिर की कारण है, क्यों शिकार होंदी है ते ये भी जे तुसीं सुनोगे तो हैरान हो जाओगे ते भारत दे विच हर तीजी महिला घरेलू हिंसा दी शिकार होंदी है। हुण ये सिर्फ वो महिला नहीं जिहड़ी घर विच रहिंदी है, जिहड़ा अपना घर दा सारा काम करदी है, यानी कि जिहड़ी जॉब नहीं करदी, बल्कि अजिही महिला भी है जिहड़े कि काम ते जांदी, यानी कि वर्किंग विमेन जिन्हां नूं कहंदी है, वो भी किसी तरीके दे नाल हिंसा दी शिकार होंदी है। ते ये एक डाटा है NCB दा जिहड़ा डाटा है वो तुसीं स्क्रीन ते देख सकदे, एक नंबर्स फ्लैश हो रहे हैं ते किन्ने की महिलावां जिहड़ी है घरेलू हिंसा की शिकार होंदी है ते उस दे लई की कुछ किया जा सकता है, वो भी जिहड़ी जानकारी दी गई है कि जेकर तुसीं भी घरेलू हिंसा के शिकार हो रहे हो तो इस नंबर ते जिहड़ा कॉल कर सकते हो, जानकारी दे सकते हो WhatsApp के राही। नैशनल कमीशन फॉर वुमेन यानी कि राष्ट्र महिला आयोग की वैबसाइट है, उत्थे जाके तुसीं कॉल कर सकते हो ते जुड़ सकते हो, अपने सवाल जिहड़े भी तुसीं जेकर घरेलू हिंसा के शिकार हो रहे हो तो उत्थे तुसीं जुड़ सकते हो। तो ये समाजिक मुद्दा अज दा नहीं बहुत पहले तो चलता आ रहा है, कोई नवा मुद्दा नहीं है, लेकिन इन दिनों चर्चावां दे विच इस करके है क्योंकि मनदीप कौर जिहड़ी कि न्यूयॉर्क विच रहिंदी सी उसदी एक वीडियो आंदी है अपनी सुसाइड करन तो पहला, आत्म हत्या करन तो पहला वो एक वीडियो जारी करदी है जिस वो कहंदी है कि 8 सालां तो वो डोमैसटिक वायलेंस यानी कि घरेलू हिंसा का शिकार हुई है तो हुण उस तो बर्दाश्त नहीं हुंदा है तो हुण वो मरना चाहती है। तो ये बेहद अहम जिहड़ा सवाल है उन्हें खड़ा करता है दोबारा तो, हालांकि कुड़ी जिहड़ी है यूपी दी है, हुण उसदे लई जिहड़े ये भी दस दिंदे कि क्योंकि उहदे जिहड़े संस्कार करन तो बाद जिहड़े उहदे इमोर्टल्स है वो इत्थे भारत लाण दे लई कल सांसद राघव चड्डा ने मुलाकात भी करी है, जिहड़े एक्सटर्नल अफेयर मिनिस्टर्स है तो उन्हां दे नाल गलबात भी की है। लेकिन आखिर इसका की कारण है कि असी 21वीं शताब्दी विच आके भी 75 साल साडे आज़ादी नूं होण वाले, असी अमृत महोत्सव सैलीब्रेट कर रहे हैं, पर ऐसे आज़ादी का की फायदा जद असी अपनी महिलावां नूं, अपनी घर दी बेटियां नूं कहिए या होर मावां नूं कहिए उन्हां नूं सुरक्षित नहीं देख सके। असी कई चीज़ां इग्नोर भी करते हैं सोसाइटी दे विच जद घरेलू हिंसा की गल आउंदी है। तो दूजी गल ये भी है कि घरेलू हिंसा के 2 मायने ने, ये सिर्फ जिहड़ी महिलावां दे नाल नहीं हुंदे बल्कि जिहड़े मेल है पुरुष है उन्हां दे वो भी जिहड़ा इस चीज़ के शिकार होंदे हैं। तो ये चीज़ नहीं भुलनी चाहिए, हालांकि साडी सोसाइटी इस चीज़ नूं अडैप्ट करन दे विच, इस चीज़ नूं मनन दे विच बहुत पिछे है, लेकिन सच्चाई ये भी है कि महिलावां दे नाल
ਜਿਹੜੇ ਪੁरुष ਨੇ ਜਿਹੜੇ ਕਿ ਆਦਮੀ ਨੇ ਉਹ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹੈ। ਉਹ ਕਹਿ ਨਹੀਂ ਪਾਉਂਦੇ, ਜੇ ਉਹ ਕਹਿ ਵੀ ਦੇਣ ਤੇ ਹਰ ਕੋਈ ਉਹਨਾਂ ਦਾ ਮਜ਼ਾਕ ਉਡਾ ਦਿੰਦਾ ਹੈ। ਤੇ ਇਸ ਪੂਰੀ ਜਿਹੜੀ ਡਿਸਕਸ਼ਨ ਇਹ ਮੁੱਦਾ ਬਣਿਆ ਤੇ ਸਾਡੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਕੀਰਤੀ ਆਹੂਜਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਨਮਸਕਾਰ। ਕੀਰਤੀ ਮੈਮ, ਗੱਲ ਕਰੀਏ ਘਰੇਲੂ ਹਿੰਸਾ ਦੀ ਤੇ ਕੋਈ ਪੁਰਾਣਾ ਕੋਈ ਨਵਾਂ ਮੁੱਦਾ ਨਹੀਂ ਹੈ, ਲੇਕਿਨ ਇੱਕ ਵਾਰ ਫਿਰ ਤੋਂ ਮਨਦੀਪ ਕੌਰ ਦਾ ਜਿਹੜਾ ਇਨਸੀਡੈਂਟ ਅਸੀਂ ਦੇਖਿਆ, ਨਿਊਯਾਰਕ ਦੇ ਵਿੱਚ ਰਹਿ ਰਹੀ ਸੀ, ਸਭ ਤੋਂ ਜ਼ਿਆਦਾ ਡਿਵੈਲਪਡ ਨੇਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਉੱਥੇ ਇਸ ਤਰੀਕੇ ਦੀ ਜਿਹੜੀ ਹੈ ਮਾਨਸਿਕਤਾ ਜਾਂ ਕਹੀਏ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ। ਕਿਤੇ ਨਾ ਕਿਤੇ ਲੱਗਦਾ नहीं है कि ਹੁਣ ਵੀ समाज ਉੱਥੇ ही खड़े है? बिल्कुल, देखिए ऐसा है कि एक तो आप फॉरेन स्टेट में रह रहे हैं, आपकी फैमिली वहाँ पर नहीं है, और ऐसे मामलों में फैमिली का सपोर्ट एक बहुत बड़ी चीज़ होती है और एक सोसाइटल सपोर्ट होता है। जैसे हम इंडिया में हैं तो हमारे नेबरहुड में लोग हैं, हमारे फैमिली मेंबर्स हैं, हमारे रिलेटिव्स हैं, तो हम उनके साथ शेयर आते हैं। यहाँ पे पहली चीज़ है कि ये फॉरेन स्टेट में है, लेकिन उससे बड़ी बात ये है कि क्या ऐसे इंसिडेंट्स, चाहे फॉरेन स्टेट हो या इंडियन स्टेट हो, क्या ऐसे इंसिडेंट्स कहीं भी होने चाहिए? और ये सबसे बड़ा मुद्दा हमारे देश में कितने सालों से चल रहा है, कितनी अमेंडमेंट्स आई, कितने बदलाव किए गए, लेकिन क्यों नहीं ये इंसिडेंट्स रुक रहे हैं? इस पर विचार बहुत ज़रूरी है करना। और जब भी ये विचार शुरू होता है तो बहुत सारे लोग इस बात पे डिस्कस करते हैं कि इस सेक्शन का मिसयूज होता है, इस वजह से इस सेक्शन पर कोई भी अगर आवाज उठाने की कोशिश करता है तो उसको शंका की नजर से देखा जाता है। तो एज एन एडवोकेट मेरा पहला ये कहना है कि हमारे देश में दो वजह से ये जो डोमेस्टिक वायलेंस का मुद्दा है ये अभी भी कायम है और इस पर बहुत अच्छे से इम्प्लीमेंटेशन नहीं हो पा रहा है। इसकी दो वजह है। सबसे पहले ये कि कोर्ट्स में ये प्रोसीजर्स इतने स्लो चलते हैं। 498A आईपीसी में ये डोमेस्टिक वायलेंस का सेक्शन है, और अगर कोई सुसाइड कर ले तो आईपीसी सेक्शन 306 है। तो कोर्ट्स में इसका इम्प्लीमेंटेशन इतना स्लो होता है जिस वजह से महिलाएं आवाज नहीं उठाती हैं जी। दूसरा सबसे बड़ा कारण ये है कि बहुत सारी महिलाएं फॉल्स केसेस भी कर देती हैं। तो इस वजह से क्या होता है कि जो सही और सच्चे केसेस हैं उन पर भी शंका होने लगती है। तो बहुत सारे जो पुरुष वर्ग हैं वो बोलने लगते हैं कि आप बहुत ज़्यादा इसमें फेमिनिज्म ला रहे हैं, आप इस सेक्शन को बहुत ज़्यादा दे रहे हैं। लेकिन अगर आप सच्चाई देखें तो बहुत सारे घरों में एक्चुअली डोमेस्टिक वायलेंस हो रहा है, और वो क्यों नहीं सामने आ पा रहा है, क्यों नहीं उसमें इम्प्लीमेंटेशन हो पा रहा है? क्योंकि बहुत सारे फॉल्स केसेस भी हो रहे हैं जी। तो ऐसे में दोनों पक्ष को बहुत अच्छे से समझना पड़ेगा, पुरुष वर्ग को भी और महिला वर्ग को भी जो फॉल्स केसेस करते हैं। उनको आज ये समझना होगा कि अगर आप फॉल्स केसेस करेंगे तो देखिए ऐसे मनदीप जी के रियल केसेस में इस पहुंच जाएगी। तो ये बहुत जरूरी है कि 498A आईपीसी जो सेक्शन है हमारे कानून में, उसका सही जो मायने हैं, उसके जो सही जगह तक उसका न्याय पहुंचना चाहिए वो जरूर पहुंचे। बिल्कुल मैम, 498 ਦੀ ਗੱਲ ਕੀਤੀ ਤੁਸੀਂ। ਬਹੁਤ ਜ਼ਿਆਦਾ ਲੋਕ ਇਸ ਦਾ ਇਸਤੇਮਾਲ ਕਰਦੇ ਨੇ, ਲੇਕਿਨ ਜਿਨ੍ਹਾਂ ਲੋਕਾਂ ਨੂੰ, ਕਈ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ। ਅਸੀਂ ਪੰਜਾਬ 'ਚ ਬੈਠੇ ਹਾਂ, ਮੈਂ ਪੰਜਾਬ ਦੀ ਗੱਲ ਕਰਦੀ ਹਾਂ, ਬਹੁਤ ਜ਼ਿਆਦਾ ਅਜਿਹੀ ਮਹਿਲਾਵਾਂ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਰਹੀਆਂ। ਡੋਮੈਸਟਿਕ ਵਾਇਲੈਂਸ ਯਾਨੀ ਕਿ ਘਰੇਲੂ ਹਿੰਸਾ, ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਿਰਫ ਮਾਰਨਾ ਹੀ ਨਹੀਂ ਹੁੰਦਾ, ਬਲਕਿ ਗਾਲੀ ਗਲੋਚ ਕਰਨਾ, ਪਬਲਿਕਲੀ ਇਨਸਲਟ करना, ਇਹ ਵੀ ਇਹਨਾਂ ਚੀਜ਼ਾਂ ਦੇ ਵਿੱਚ शामिल है। बिल्कुल, देखिए जो सेक्शन 498A है उसमें मेन वर्ड क्या लिखा है? क्रुएलिटी। तो क्रुएलिटी सिर्फ फिजिकल नहीं है, सेक्शन क्लियर करता है कि क्रुएलिटी में मेंटल क्रुएलिटी भी शामिल है। मेंटल क्रुएलिटी का मतलब ये नहीं है कि आपने कुछ फिजिकल टच भी किया हो, आप अगर मेंटली भी उसको परेशान कर रहे हैं, पत्नी को तंग कर रहे हैं, और मेंटली बहुत तरीके से क्रुएलिटी हो सकती है। उसके लिए सेक्शन में स्पेसिफाई नहीं किया है कि कौन कौन से क्रुएलिटी होंगे और कौन से नहीं होंगे। ये पर्टिकुलर केस के ऊपर छोड़ दिया गया है, और टाइम एंड अगेन हाई कोर्ट्स और सुप्रीम कोर्ट्स ने बहुत सारे केसेस में इसको इलैबोरेट किया है कि मेंटल क्रुएलिटी ये पत्नी ही बता सकती है कि उसको पति से किस प्रकार की क्रुएलिटी हो रही है। और सेक्शन क्या कहता है कि इस तरह की क्रुएलिटी कि वाइफ को सुसाइड करने पे मजबूर कर रही हो, इस तरह की क्रुएलिटी होनी चाहिए जो कि वो सहन नहीं कर सकती है।
तो बहुत सारी महिलाओं को ये बात पता भी नहीं होती है। और अगर पता भी होती है कि 498 एक सेक्शन है आईपीसी में कि हम समय पर अगर आवाज उठाते हैं, तो इस फाइनल जैसे मनदीप जी के केस में हुआ, ये ना हो, इसके लिए उनको शुरुआती दौर में ही, जब आपके साथ क्रुएलिटी हो रही है, जब आपके साथ मेंटल या फिजिकल किसी भी तरह की क्रुएलिटी हो रही है, तब आप आवाज उठाएं। अगर आप पहले कदम में ही आवाज उठाएंगे तो डेफिनेटली ये आगे के कदम रुकेंगे। लेकिन अगर आप शुरू आवाज नहीं उठाएंगे तो वो सामने वाले को एक्ट्स करने पर एक छूट मिल जाती है कि ठीक है, ये बंदा आवाज नहीं उठा रहा है तो हम कंटिन्यू करें वो एक्ट्स। बिल्कुल। ਤੇ ਇਸ ਪੂਰੇ ਮੁੱਦੇ ਨੂੰ ਲੈ ਕੇ ਸਾਡੇ ਨਾਲ ਸਮਾਜ ਸੇਵਿਕਾ ਮੋਨਿਕਾ ਅਰੋੜਾ ਵੀ ਜੁੜ ਗਏ ਨੇ। ਮੋਨਿਕਾ ਮੈਮ, ਆਏ ਦਿਨ ਤੁਹਾਡੇ ਕੋਲ ਵੀ ਜਿਹੜਾ ਹੈ ਬਹੁਤ ਸਾਰੇ ਕੇਸਿਸ ਅਜਿਹੇ ਆਉਂਦੇ ਹੋਣੇ, ਤੁਹਾਨੂੰ ਜਿਹੜਾ ਹੈ ਤੁਹਾਡੇ ਸੋਸ਼ਲ ਮੀਡੀਆ ਤੇ ਹੈਲਪ ਜਾਂ ਫਿਰ ਸਾਡੀ ਮਦਦ ਕਰੋ ਇਸ ਤਰ੍ਹਾਂ ਦੇ ਬਹੁਤ ਮੈਸੇजेस ਆਉਂਦੇ ਹੋਣੇ। ਤੇ ਅੱਜ ਦੀ ਸੁਸਾਇਟੀ ਦੇ ਵਿੱਚ ਘਰੇਲੂ ਹਿੰਸਾ ਬਹੁਤ ਜ਼ਿਆਦਾ ਕਾਮਨ ਤਰੀਕੇ ਦੇ ਨਾਲ ਲਿੱਤਾ ਜਾਂਦਾ ਹੈ। ਤੇ ਖਾਸ ਕਰ ਮਾਪੇ ਦੀ ਗੱਲ ਕੀਤੀ ਜਾਵੇ ਤੇ ਹਮੇਸ਼ਾ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ससुराल ਜਿਹੜਾ ਹੈ ਉਹ ਤੁਹਾਡਾ ਆਪਣਾ ਘਰ ਹੈ, ਉੱਥੇ ਤੁਸੀਂ ਵਾਪਸ ਨਹੀਂ ਆਣਾ ਹੈ, ਮਤਲਬ ਆਪਣੇ ਘਰ ਵਾਪਸ ਨਹੀਂ ਆਣਾ, ਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਤੁਸੀਂ ਸਹਿਣਾ ਹੈ, ਯਾਨੀ ਕਿ ਚੁੱਪ ਰਹੋ। ਇਹ ਚੁੱਪੀ ਕਿੰਨੀ ਕੀ ਮਹਿੰਗੀ ਪੈ ਜਾਂਦੀ ਹੈ ਕੁੜੀਆਂ ਨੂੰ। ਮੈਨੂੰ ਲੱਗ ਰਿਹਾ ਕਿ ਸ਼ਾਇਦ ਉਹਨਾਂ ਤੱਕ ਸੰਪਰਕ ਨਹੀਂ ਹੋ ਪਾ ਰਿਹਾ। ਤੇ ਮੈਮ ਮੇਰਾ ਇਹੀ ਸਵਾਲ ਤੁਹਾਡੇ ਤੋਂ ਵੀ ਹੈ ਕੀਰਤੀ ਮੈਮ, ਕਿ ਮਾਪੇ ਸਭ ਤੋਂ ਪਹਿਲਾਂ सिखाते हैं कि चुप रहो, बोलो ना कुछ। बिल्कुल, हमारे इंडियन सोसाइटी में ऐसा सिखाया जाता है कि जो पत्नी है वो पति को सहन करे और उसके बाद सिर्फ इंतजार करे कि वो सुधर जाएगा। मनदीप जी के केस में भी ऐसा ही उन्होंने कहा कि मैंने सोचा कि वो सुधर जाएगा और मैंने इंतजार किया, उसके बाद से विश्वास किया। तो हमारी इंडियन सोसाइटी इस तरह की बनी है कि हम सहें, ऐसा शुरू से बच्चों लड़कियों को सिखाया जाता है। लेकिन अब समाज बदल रहा है, वुमेन इज इक्वल टू मेन, और हमारे कानून में जो सब लॉज बने हैं उस पर सुप्रीम कोर्ट ने जितनी बार भी इंटरप्रिटेशंस किए हैं उसमें कहा है कि एक हद होती है सहन करने। लेकिन अगर आपको लगता है कि आप इसके आगे नहीं सहन कर सकते तो आपके लिए हमने ये कानून के प्रोविजंस बनाए हैं, आप आगे आइए और आप मांगिए। देखिए, अगर आप आवाज उठाते हैं तो सामने वाले का बल गिरता है, इसलिए सहन करने से अच्छा है कि आप आवाज उठाएं। और उसके बाद से अगर आप आवाज उठाएंगे तो आप जैसी बहुत लेडीज को भी ये दम मिलेगा, शक्ति मिलेगी कि यस, हम आवाज उठा सकते हैं। इसीलिए चुप तो नहीं रहना चाहिए कि हमारे साथ अगर अन्याय हो रहा है या हमारे साथ फिजिकल वायलेंस हो रही है, मेंटल भी क्रुएलिटी हो रही है, तो चुप नहीं रहना चाहिए, सहन नहीं करना चाहिए और अपने जो कानून, हमारे जो प्रोविजंस दिए हैं उनका प्रयोग करना चाहिए। बिल्कुल, चुप नहीं रहना चाहिए, अपनी आवाज़ ਜ਼ਰੂਰ ਬੁਲੰਦ ਕਰਨੀ ਚਾਹੀਦੀ। ਤੇ ਮੋਨਿਕਾ ਮੈਮ ਇੱਕ ਵਾਰ ਫਿਰ ਤੋਂ ਜੁੜ ਗਏ ਨੇ, ਸਮਾਜ ਸੇਵਿਕਾ ਨੇ, ਬਥੇਰੇ ਜਿਹੜੇ ਹੈ ਨਾਰਥ ਇੰਡੀਆ ਦੇ ਵਿੱਚ ਕਾਫੀ ਕੇਸਿਸ ਨਾਲ ਡੀਲ ਵੀ ਕਰਦੇ ਹੋ। ਮੈਮ ਮੇਰਾ ਸਵਾਲ ਇਹੀ ਸੀਗਾ ਕਿ ਤੁਹਾਨੂੰ ਵੀ ਬਹੁਤ ਕਾਲਸ ਆਤੇ ਹੋਣੇ, ਕਈ ਮਹਿਲਾਵਾਂ ਤੁਹਾਡੇ ਤੋਂ ਹੈਲਪ ਮੰਗਦੀਆਂ ਹੋਣੀਆਂ, ਤੇ ਕਿਵੇਂ ਜਿਹਾ ਸਮਾਜ ਆਪਣਾ ਬਦਲਿਆ ਹੈ ਕੁਛ ਇੰਨੇ ਸਾਲਾਂ ਦੇ ਵਿੱਚ, ਜਾਂ ਘਰੇਲੂ ਹਿੰਸਾ ਨੂੰ ਲੈ ਕੇ ਬਹੁਤ ਜ਼ਿਆਦਾ ਨਾਰਮਲ ਬਿਹੇਵ ਕਰਦੇ ਹੁਣ ਵੀ ਲੋਕ? ਥੈਂਕ ਯੂ ਪੂਜਾ ਇਹ ਕੁਐਸਚਨ ਦੇਣ ਲਈ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੋ ਘਰੇਲੂ ਹਿੰਸਾ ਦੇ ਮਾਮਲੇ ਹੈ ਉਹ ਅਸੀਂ ਅੱਜ ਤੋਂ ਨਹੀਂ ਦੇਖ ਰਹੇ, ਅੱਜ ਤੋਂ ਕਈ ਸੌ ਸਾਲ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੇ ਹੈ, ਲੇਕਿਨ ਖਤਮ ਹੋਣਾ ਜ਼ਰੂਰੀ ਹੈ। ਪਰ ਜੋ ਅੱਜ ਕੱਲ ਦੇ ਹਾਲਾਤ ਨੇ, ਜੋ ਅੱਜ ਕੱਲ ਦਾ ਸਮਾਂ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਉਹਦੇ ਬਾਅਦ ਚ ਵੀ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਆਏ ਦਿਨ ਕਿਸੇ ਨਾ ਕਿਸੇ ਧੀ ਭੈਣ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕਈ ਵੀਡੀਓ ਸਾਹਮਣੇ ਆ ਜਾਂਦੀਆਂ ਹੈ ਜਿਵੇਂ ਕਿ ਮੈਡਮ ਵੀ ਹੁਣੇ ਦੱਸ ਰਹੇ ਸੀ, ਲੇਕਿਨ ਅਜਿਹੀਆਂ ਅਨੇਕਾਂ ਹੀ ਵੀਡੀਓ ਨੇ, ਅਨੇਕਾਂ ਹੀ ਲੜਕੀਆਂ ਨੇ ਜੋ ਹਰ ਰੋਜ਼ ਮਾਰ ਖਾ ਰਹੀਆਂ ਜਾਂ ਅਸੌਲਟ ਹੋ ਰਹੀਆਂ। ਉਹ ਕਿਸ ਤਰੀਕੇ ਨਾਲ ਹੋ ਰਹੀਆਂ ਹੈ, ਚਾਹੇ ਉਹ ਮਾਨਸਿਕ ਹੈ ਚਾਹੇ ਉਹ ਸਰੀਰਕ ਹੈ, ਲੇਕਿਨ ਉਹ ਪ੍ਰਤਾੜਿਤ ਹੋ ਰਹੀਆਂ। ਇਸ ਚੀਜ਼ ਨੂੰ ਸਾਨੂੰ ਦੇਖਣਾ ਪਊਗਾ ਕਿ ਜੋ ਸਾਡਾ ਸਮਾਜ ਹੈ ਉਹ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ। ਸਾਡਾ ਸਮਾਜ ਹਮੇਸ਼ਾ ਇਹ ਕਹਿੰਦਾ ਹੈ ਕਿ ਅਸੀਂ ਲੜਕੀ ਵਿਆਹਤੀ ਹੈ, ਸਾਨੂੰ ਹੁਣ ਸਮਾਜ ਦੀ ਟੈਨਸ਼ਨ ਹੈ, ਨਾ ਕਿ ਬੇਟੀ ਦੀ। ਅੱਜ ਅਸੀਂ ਅਗਰ ਧੀ ਵਿਦਾ ਕਰਤੀ ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਆਪਣੀ ਬੱਚੀ ਨਾਲ ਚਾਹੇ ਜੋ ਮਰਜ਼ੀ ਹੋ ਜੇ, ਅਸੀਂ ਇਹੀ ਸਿੱਖਿਆ ਦੇ ਕੇ ਭੇਜਦੇ ਹਾਂ ਕਿ ਜੋ ਮਰਜ਼ੀ ਕਹਿਣ ਬੇਟਾ ਤੂੰ ਆਪਣੇ ਘਰ ਰਾਜੀ ਖੁਸ਼ੀ ਰਹਿ, ਤੂੰ ਜੋ ਡੋਲੀ ਵਿੱਚ ਜਾ ਰਹੀ ਹੈ ਤੇਰੀ ਲਾਸ਼ ਹੀ ਹੋਣੀ ਚਾਹੀਦੀ, ਤੂੰ ਨਹੀਂ ਆਣੀ ਚਾਹੀਦੀ।
ਤੇ ਸੋਚੋ ਫਿਰ ਉਸ ਸਮਾਜ ਵਿੱਚ ਲੱਖਾਂ ਰੁਪਇਆ ਜਦੋਂ ਇੱਕ ਮਾਪਿਓ ਇੱਕ ਵਿਆਹ ਦੇ ਉੱਤੇ ਲਗਾ ਦਿੰਦਾ ਹੈ, ਉਹ ਸਮਾਜ ਤੋਂ ਡਰਦਾ ਆਪਣੀ ਬੱਚੀ ਦਾ ਸਾਥ ਨਹੀਂ ਦਿੰਦਾ, ਤੇ ਬੜਾ ਹੀ ਗਲਤ ਹੈ, ਜੋ ਕਿ ਕਦੇ ਵੀ ਰੁਕਿਆ ਨਹੀਂ ਤੇ ਨਾ ਹੀ ਰੁਕ ਸਕਦਾ ਮੈਨੂੰ ਲੱਗਦਾ, ਕਿਉਂਕਿ ਸਾਡੇ ਅੰਦਰ ਕਮੀਆਂ ਨੇ, ਸਾਡੇ ਬੱਚਿਆਂ ਵਿੱਚ ਕਮੀਆਂ ਨਹੀਂ ਹੈ। ਬਿਲਕੁਲ। ਇੱਕ ਹੋਰ ਸਵਾਲ ਮੈਮ, ਜਿਵੇਂ ਕਿ ਗੱਲ ਕੀਤੀ ਤੁਸੀਂ ਕਿ ਕਮੀਆਂ ਬਹੁਤ ਸਾਰੀਆਂ ਸਮਾਜ ਦੇ ਵਿੱਚ, ਲੇਕਿਨ ਘਰੇਲੂ ਹਿੰਸਾ ਨਾ ਸਿਰਫ ਪਹਿਲੇ ਤਾਂ ਕਿਹਾ ਜਾਂਦਾ ਸੀ ਕਿ ਜਦ ਔਰਤਾਂ ਜਿਹੜੀ ਹੈ, ਮਹਿਲਾਵਾਂ ਜਿਹੜੀ ਪੜ੍ਹੀ ਲਿਖੀ ਨਹੀਂ ਹੈ ਇਸ ਕਰਕੇ ਸਹਿ ਰਹੀ ਹੈ, ਲੇਕਿਨ ਇੱਥੇ ਜਿਹੜੀ ਵਰਕਿੰਗ ਵਿਮਨ ਹੈ ਉਹਨਾਂ ਨਾਲ ਵੀ ਇਹ ਸਾਰਾ ਕੁਝ ਹੁੰਦਾ ਹੈ। ਉਹ ਘਰ ਦਾ ਸਾਰਾ ਕੰਮ ਕਰਦੀਆਂ, ਬਾਹਰ ਜਾ ਕੇ ਵੀ ਕੰਮ ਕਰਦੀਆਂ, ਤੇ ਉਹਨਾਂ ਨੂੰ ਘਰ ਆ ਕੇ ਕੁੱਟਮਾਰ ਤਾਂ ਹੁੰਦੀ ਹੈ, ਇਸ ਤੋਂ ਇਲਾਵਾ ਫਾਈਨੈਂਸ਼ੀਅਲ ਤੌਰ ਤੇ ਵੀ ਵਾਇਲੈਂਸ ਹੁੰਦਾ, ਯਾਨੀ ਕਿ ਜਿਹੜਾ ਉਹਦਾ ਪੈਸਾ ਹੈ ਉਹ ਉਹਦੇ ਕੋਲ ਨਾ ਰਹਿ ਕੇ ਉਹ ਵੀ ਲਿੱਤਾ ਜਾਂਦਾ ਹੈ। ਇਸ ਚੀਜ਼ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਡੀਲ ਕਰੀਏ ਜੇ ਕੋਈ ਮਹਿਲਾਵਾਂ ਇਸ ਚੀਜ਼ ਦਾ ਸ਼ਿਕਾਰ ਹੋ ਰਹੀ ਹੈ ਤਾਂ? देखिए, जैसे मैंने आपसे पहले ਜੀ ਮੇਰਾ ਸਵਾਲ ਮੋਨਿਕਾ ਮੈਮ ਪਹਿਲੇ ਤੁਹਾਡੇ ਤੋਂ ਹੈ, ਫਿਰ ਸੇਮ ਸਵਾਲ ਮੈਮ ਕੀਰਤੀ ਮੈਮ ਤੁਸੀਂ ਇਸ ਦਾ ਜਵਾਬ ਦਿਓ। ਦੇਖੋ ਪੂਜਾ, ਅਗਰ ਆਪਾਂ ਸੋਚਦੇ ਹਾਂ ਕਿ ਸਾਨੂੰ ਕੰਮ ਕਰਨ ਵਾਲੀ ਨੋਤੀ ਨੂੰ ਘਰ ਲੈ ਕੇ ਆਣਾ, ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਥ ਤੇ ਪੈਸਾ ਵੀ ਧਰੇ ਤੇ ਉਹ ਆਜ਼ਾਦੀ ਵੀ ਅਸੀਂ ਉਹਦੀ ਛਿਨ ਲਈਏ, ਹੈਨਾ। ਅਸੀਂ ਰੀਸ ਕਰਦੇ ਹਾਂ ਫੋਰਨ ਕਲਚਰ ਦੀ ਕਿ ਬਾਹਰ ਦੇਖੋ, ਬਾਹਰਲੇ ਦੇਸ਼ਾਂ ਵਿੱਚ ਲੜਕੀਆਂ ਰੋਜ਼ਗਾਰ ਵੀ ਕਰ ਰਹੀਆਂ, ਕੰਮ ਵੀ ਚਲਾ ਰਹੀਆਂ, ਪਰਿਵਾਰ ਵੀ ਦੇਖ ਰਹੀਆਂ, ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਉਹਨਾਂ ਦੇ ਕਲਚਰ ਨੂੰ ਨਹੀਂ ਅਪਣਾਇਆ। ਅਗਰ ਬਾਹਰ ਬੱਚੀਆਂ ਕੰਮ ਕਰ ਰਹੀਆਂ ਤਾਂ ਉਹਨਾਂ ਦੇ ਹਸਬੈਂਡ ਉਹਨਾਂ ਦਾ ਪ੍ਰੋਪਰ ਸਾਥ ਦਿੰਦੇ ਆ, ਉਹਨਾਂ ਦੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਉਹਨਾਂ ਦੇ ਸੰਸਕਾਰ ਇਹੋ ਜਿਹੇ ਪਾਏ ਜਾਂਦੇ ਆ ਕਿ ਉਹ ਆਪਣੀ ਮਦਰ ਦੀ ਹੈਲਪ ਕਰਾਉਂਦੇ, ਆਪਣੇ ਫਾਦਰ ਦੀ, ਆਪਣਾ ਕੰਮ ਖੁਦ ਕਰਦੇ ਆ, ਤੇ ਜਦੋਂ ਉਹ ਜਨਰੇਸ਼ਨ ਵੱਡੀ ਹੁੰਦੀ ਹੈ ਤੇ ਫਿਰ ਉਹ ਆਪਣੀ ਵਾਈਫ ਨਾਲ ਵੀ ਉਦਾਂ ਹੀ ਟਰੀਟ ਕਰਦੇ ਆ, ਹਰ ਕੰਮ ਦੇ ਅੰਦਰ ਹੱਥ ਬਟਾਉਂਦੇ ਆ ਤੇ ਦੋਨੋਂ ਵਰਕਿੰਗ ਭੂਮਿਕਾ ਨਿਭਾਉਂਦੇ ਆ। ਲੇਕਿਨ ਭਾਰਤ ਦੇ ਅੰਦਰ, ਇੰਡੀਆ ਦੇ ਅੰਦਰ ਇਹ ਚੀਜ਼ ਨਹੀਂ ਹੈ। ਇੰਡੀਆ ਦੇ ਅੰਦਰ ਜੋ ਫੀਮੇਲ ਹੈ ਉਹਦੀ ਕੰਡੀਸ਼ਨ ਬੜੀ ਮਾੜੀ ਹੈ, ਉਹਨੂੰ ਸੁਪਰ ਵੂਮਨ ਦਾ ਟੈਗ ਦੇ ਦਿੱਤਾ ਗਿਆ ਔਰ ਉਹ ਸੁਪਰ ਵੂਮਨ ਬਣਨ ਦੇ ਚੱਕਰ ਵਿੱਚ ਦਿਨ ਤੋਂ ਰਾਤ ਤੱਕ, ਰਾਤ ਤੋਂ ਦਿਨ ਤੱਕ ਖਪਦੀ ਹੈ। ਚਾਹੇ ਕੋਈ ਵੀ ਹੈ, ਚਾਹੇ XYZ, ਉਹ ਡਾਕਟਰ ਹੈ, ਚਾਹੇ ਉਹ ਵਰਕਿੰਗ ਵੂਮਨ, ਐਨੀਵਨ, ਕੋਈ ਵੀ ਹੈ, ਉਹ ਅੱਜ ਦੇ ਸਮੇਂ ਵਿੱਚ ਉਹ ਇਸ ਹਾਲਾਤ ਨਾਲ ਜੂਝ ਰਹੀ ਹੈ ਕਿ ਸਵੇਰੇ ਬੱਚਿਆਂ ਨੂੰ ਤਿਆਰ ਕਰਨ ਤੋਂ ਲੈ ਕੇ ਰਾਤ ਦੀ ਰੋਟੀ ਤੱਕ, ਫਿਰ ਆਪਣੀ ਜ਼ਿੰਮੇਵਾਰੀਆਂ ਬੇਸਿਕ ਨਿਭਾਉਂਦੀ ਹੋਈ ਉਹ ਪੂਰੀ ਮਸ਼ੀਨ ਬਣ ਚੁੱਕੀ ਹੈ ਇੱਕ। ਤੇ ਜਿਹਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਮਨੀ ਹੈ, ਜੋ ਕਿ ਪੈਸਾ ਹੈ, ਜੋ ਉਹਦੀ ਸੈਲਰੀ ਹੈ, ਉਸ ਤੇ ਵੀ ਉਹਦਾ ਪੂਰਾ ਹੱਕ ਨਹੀਂ ਹੈ। ਉਹ ਆਪਣੇ ਸਸੁਰਾਲ ਵਾਲਿਆਂ ਤੋਂ ਜਾਂ ਆਪਣੇ ਇਨਲੋਸ ਤੋਂ ਪੈਸੇ ਮੰਗ ਕੇ ਲੈਂਦੀ ਹੈ, ਠੀਕ ਹੈ। ਇਹ ਸਾਡੇ ਕਲਚਰ ਦੇ ਅੰਦਰ ਸਿਖਾਇਆ ਗਿਆ। ਸਾਡੇ ਅਗਰ ਅਸੀਂ ਲੜਕੀ ਤੋਂ ਜੌਬ ਕਰਵਾ ਰਹੇ ਹਾਂ ਤਾਂ ਸਾਨੂੰ ਕਈ ਸਾਰੀਆਂ ਚੀਜ਼ਾਂ ਜੋ ਸਾਨੂੰ ਸਮਝਣੀਆਂ ਪੈਣੀਆਂ, ਜਿਹਦੇ ਵਿੱਚ ਚੇਂਜਸ ਲਿਆਣੇ ਪੈਣੇ। ਅਗਰ ਅਸੀਂ ਬਦਲਾਵ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਪੂਰੀ ਤਰ੍ਹਾਂ ਬਦਲਣਾ ਪਊਗਾ। ਇਹ ਅੱਧੇ ਅਧੂਰੇ ਬਦਲਾਵ ਹਮੇਸ਼ਾ ਘਾਤਕ ਹੁੰਦੇ ਹੈ। ਬਿਲਕੁਲ ਕੀਰਤੀ ਮੈਮ, ਇਹੀ ਸਵਾਲ ਹੈ। ਲੇਕਿਨ ਦੂਜੇ ਪਾਸੇ ਇੱਕ ਹੋਰ ਚੀਜ਼ ਹੈ ਕਿ ਪਿੰਡਾਂ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਉੱਥੇ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ। ਸ਼ਹਿਰਾਂ ਦੇ ਵਿੱਚ ਕਿੰਨਾ ਕੀ ਰੇਟ ਹੋਏਗਾ ਕਿ ਜਿਹੜੇ ਮੈਟਰੋ ਸਿਟੀਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉੱਥੇ ਵੀ ਇਹ ਚੀਜ਼ਾਂ ਕਾਮਨ ਨੇ? बिल्कुल, मेट्रो सिटीज में भी इस तरह के बहुत केसेस आते हैं। एज अ लॉयर मैं आपको बताऊं कि ये फिजिकल वायलेंस ये नहीं देखती है कि आप परिवार से हैं कि अमीर परिवार से हैं। इट इज़ अबाउट मेंटालिटी। तो जो पुरुष की मेंटालिटी होती है वो ज़रूरी नहीं कि वो गांव में वैसी हो और शहर में कैसी हो। कोई अगर पढ़ लिख भी जाता है लेकिन उसकी मेंटालिटी कैसी है इस पर डिपेंड करता है ये डोमेस्टिक वायलेंस के केसेस। लेकिन हमारा लॉ बहुत इस पर स्ट्रिक्ट है। लॉ ये फ़र्क नहीं करता है कि आप गांव में हैं कि आप शहर में हैं, मेट्रो सिटी में हैं। लॉ इज़ इक्वल फॉर एवरीबडी। और कोई भी महिला हो, चाहे वो गांव में है, मेट्रो सिटी में है, उसने अपने कानूनों का जो है सही प्रयोग करना चाहिए। अगर अन्याय हो रहा है तो आवाज़ उठानी चाहिए। और जैसा कि आपने अभी फाइनेंशियल इशू पे बताया, तो 498A IPC सेक्शन के अलावा हमारे एक और एक्ट है, द प्रोटेक्शन ऑफ वुमेन फ्रॉम डोमेस्टिक वायलेंस एक्ट 2005। ये एक स्पेशल एक्ट है डोमेस्टिक वायलेंस के लिए। इसमें स्पेसिफिकली ये कहा गया है, इवन सुप्रीम कोर्ट ने भी इसमें कई बार इलैबोरेट किया है कि फाइनेंशियल क्रूएलिटी भी एक तरह की क्रूएलिटी होती है। उसमें अगर जैसे आपने एग्जांपल्स दिए कि वाइफ को अगर ऐसा लगता है कि उसकी फाइनेंशियली उसके साथ में गलत है और हस्बैंड उसके फाइनेंशियल तौर पे उसका मिसयूज कर रहा है, तो उसमें आप इस सेक्शन के तहत, इस एक्ट के तहत, प्रोटेक्शन ऑफ वुमेन फ्रॉम डोमेस्टिक वायलेंस एक्ट 2005, इसमें आप डायरेक्टली कोर्ट में जाके एप्लीकेशन दे सकते हैं। और इसमें स्पेशली ऑफिसर्स प्रोवाइड किए गए हैं जो कि आपको तुरंत प्रोटेक्शन प्रोवाइड करेंगे।
अगर आपको घर में रहने में डर लग रहा है तो वो आपको सही तरीके से प्रोटेक्शन प्रोवाइड करेंगे, फाइनेंशियली भी प्रोटेक्शन इस एक्ट के तहत प्रोवाइड की जाती है। तो ये सारी बातें महिलाओं को जाननी चाहिए और इसीलिए मैं फाइट फॉर योर राइट एक कैंपेन चलाती हूँ जिसमें मैं कई ऐसे लीगल प्रोग्राम्स करती हूँ जिसमें वुमेन और चिल्ड्रन को उन कानूनों के बारे में बताती हूँ। तो ये बहुत जरूरी है कि लीगल नॉलेज होना भी जरूरी है कि आपको अगर पता होगा कि ऐसे अन्याय पर भी हम आवाज उठा सकते हैं और कैसे उठा सकते हैं, तो एक कॉन्फिडेंस आता है आगे बढ़ने में। ਬਿਲਕੁਲ ਮੈਮ ਦੂਜੇ ਪਾਸੇ ਘਰੇਲੂ ਹਿੰਸਾ ਦੇ ਸ਼ਿਕਾਰ ਸਿਰ ਮਹਿਲਾਵਾਂ ਨਹੀਂ ਹੁੰਦੀ ਹੈ, ਪੁਰਸ਼ ਵੀ ਹੁੰਦੇ ਹੈ। ਇਹ ਵੀ ਇੱਕ ਬੇहद ਚਿੰਤਾ ਦਾ ਵਿਸ਼ੇ ਹੈ। ਡੇਟਾ ਇਹਦਾ ਮੇਰੇ ਕੋਲ ਇਸ ਵੇਲੇ ਨਹੀਂ ਹੈ, ਲੇਕਿਨ ਇੱਕ ਜਦ ਅਸੀਂ ਪੜ੍ਹਦੇ ਹਾਂ ਡੋਮੈਸਟਿਕ ਵਾਇਲੈਂਸ ਵੇਲੇ ਤੇ ਅਸੀਂ ਮਹਿਲਾਵਾਂ ਦਾ ਤਾਂ ਪੜ੍ਹਦੇ ਹਾਂ ਕਿ ਹਰ ਤੀਜੀ ਮਹਿਲਾ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀ ਹੈ, ਲੇਕਿਨ ਪੁਰਸ਼ ਕਿੰਨੇ ਕੁ ਸ਼ਿਕਾਰ ਹੁੰਦੇ? ਸਭ ਤੋਂ ਪਹਿਲਾਂ ਕੀਰਤੀ ਮੈਮ ਤੁਸੀਂ ਦੱਸੋ, ਫਿਰ ਇਹੀ ਸਵਾਲ ਮੋਨਿਕਾ ਮੈਮ ਤੁਹਾਡੇ ਤੋਂ ਵੀ ਮੈਂ ਪੁੱਛਾਂਗੀ। देखिए, ऐसे कई केसेस सामने आए हैं जिसमें पुरुषों ने भी शिकायत की है कि उनके साथ डोमेस्टिक वायलेंस हुआ है, लेकिन हमारा जो कानून बना है वो पर्टिकुलरली वुमेन बना है बिकॉज रेशियो जो है वो वुमेन का बहुत ज़्यादा है। आप अगर देखेंगे तो पर डे डोमेस्टिक वायलेंस के केसेस वुमेन के सामने आते हैं, लेकिन मेन के बहुत कम आते हैं। इसीलिए जो पर्टिकुलरली एक्ट बनाया गया है, चाहे वो आईपीसी का 498 हो, चाहे वो प्रोटेक्शन ऑफ वुमेन फ्रॉम डोमेस्टिक वायलेंस एक्ट 2005 हो, बिकॉज इतने सारे इंसिडेंट्स जो कि सामने आ रहे हैं वो वुमेन के साथ डोमेस्टिक वायलेंस के आ रहे हैं। हालांकि ये बात सही है, लॉयर मैं कहूंगी कि ऐसा भी कोई प्रोविजन होना चाहिए जिसमें कि अगर हस्बैंड के साथ डोमेस्टिक वायलेंस होती है तो वो भी एक प्रोविजन के तहत सामने जा सके। ऐसा प्रोविजन भी होना चाहिए, लेकिन फिलहाल ऐसा नहीं है। ਬਿਲਕੁਲ ਮੋਨਿਕਾ ਮੈਮ, ਤੁਹਾਨੂੰ ਵੀ ਕਾਫੀ ਮੈਸੇजेस ਆਉਂਦੇ ਹੁੰਦੇ, ਤੁਸੀਂ ਤਾਂ ਆਪ ਖੁਦ ਗਰਾਊਂਡ ਤੇ ਜਾਂਦੇ ਹੋ। ਰਿਐਲਿਟੀ ਕਈ ਵਾਰੀ ਇਦਾਂ ਹੁੰਦਾ ਹੈ ਕਿ ਮਹਿਲਾਵਾਂ ਦੀ ਸ਼ਿਕਾਇਤ ਤੇ ਜਾਂਦੇ ਹੋ ਪਰ ਗੱਲ ਕੋਈ ਹੋਰ ਹੀ ਨਿਕਲਦੀ ਹੈ। आजकल पूजा 95% केसेस कह सकते हैं कि अगेंस्ट टू वुमेन बहुत सारे निकलते हैं, क्योंकि जो मेल है उन्होंने ਦੀ ਵੀ ਸੁਣਵਾਈ ਨਹੀਂ ਹੁੰਦੀ ਕਿਤੇ, लेकिन काफी सारे प्रोविजन है जिथे अगर किसी मेल नाल गलत हो रहा है ਤੇ ਉਹ ਅਗਰ ਕੋਈ ਫੀਮੇਲ ਉਹਨੂੰ ਤੰਗ ਕਰ ਰਹੀ ਹੈ, ਉਹਨੂੰ ਮਾਰ ਰਹੀ ਹੈ, ਉਹਨੂੰ ਘੂਰ ਰਹੀ ਹੈ, ਉਹਨੂੰ ਤਾੜ ਰਹੀ ਹੈ, ਕਰੇ ਕਿਸੇ ਤਰੀਕੇ ਵੀ ਪ੍ਰਤਾੜਿਤ ਕਰ ਰਹੀ ਹੈ, ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਮੈਨਸ ਨੂੰ ਇੱਕ ਮੈਂ ਸਲਾਹ ਦੇਣਾ ਚਾਹਾਂਗੀ ਕਿ ਉਹ ਅਗਰ ਕੁਝ ਵੀ ਇਸ ਤਰੀਕੇ ਦੀ ਘਟਨਾ ਨਾਲ ਪੀੜਿਤ ਹੁੰਦੇ ਹੈ ਤੇ ਉਹਨਾਂ ਨੂੰ ਆਪਣਾ ਜੋ ਹੈ ਇੱਕ ਵੀਡੀਓ ਰਿਕਾਰਡ ਜਾਂ ਪ੍ਰੂਫ ਰੱਖਣੇ ਚਾਹੀਦੇ ਤਾਂ ਕਿ ਉਹਦੇ ਬੇਸਿਸ ਤੇ ਉਹ ਤਲਾਕ ਲੈ ਸਕਣ। ਔਰ ਸਾਡੇ ਜੋ ਸਮਾਜ ਹੈ ਉਹਦੇ ਅੰਦਰ ਇੱਕ ਬਹੁਤ ਕਮੀ ਹੈ ਕਿ ਜਾਂ ਕਾਨੂੰਨ ਦੇ ਅੰਦਰ ਕਮੀ ਕਹਿ ਸਕਦੇ ਹਾਂ ਕਿ ਮੈਨਸ ਨੂੰ ਲੈ ਕੇ ਇਹੋ ਜਿਹਾ ਕੋਈ ਕਾਨੂੰਨ ਆਇਆ ਨਹੀਂ ਹੈ ਜਿਹਦੇ ਅੰਦਰ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਵਿਮਨਸ ਨੂੰ, ਲੇਕਿਨ ਫਿਰ ਵੀ ਇਹੋ ਜਿਹੇ ਕਾਨੂੰਨ ਆਣੇ ਚਾਹੀਦੇ ਕਿ ਇਕੁਐਲਿਟੀ ਹਮੇਸ਼ਾ ਰਹੇ। ਜੈਂਡਰ ਇਕੁਐਲਿਟੀ ਦੀ ਅਗਰ ਗੱਲ ਕਰੀਏ ਤੇ ਫਿਰ ਇਕੁਐਲਿਟੀ ਵਾਲਾ ਪੱਖ ਦੋਨਾਂ ਤਰਫ ਹੋਣਾ ਚਾਹੀਦਾ ਹੈ। ਬਿਲਕੁਲ, ਤੇ ਇਕੁਐਲਿਟੀ ਬਹੁਤ ਬੇहद ਜ਼ਰੂਰੀ ਹੈ। ਤੇ ਜਿਹੜੀ ਮਹਿਲਾਵਾਂ ਸ਼ਿਕਾਰ ਹੋ ਰਹੀਆਂ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ, ਕਿਵੇਂ ਤੁਸੀਂ ਉਹਨਾਂ ਦੀ ਮਦਦ ਕਰੋਗੇ? ਮੋਨਿਕਾ ਮੈਮ ਪਹਿਲੇ ਤੁਸੀਂ ਦੱਸੋ, ਕੀਰਤੀ ਮੈਮ ਤੁਸੀਂ ਫਿਰ ਦੱਸੋ ਜੇ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ ਜੇ ਮਹਿਲਾਵਾਂ ਦਾ, ਕਿਵੇਂ ਤੁਹਾਨੂੰ ਰੀਚ ਆਊਟ ਕਰ ਸਕਦੇ ਹੋ? ਪੂਜਾ ਜੀ, ਸਭ ਤੋਂ ਪਹਿਲਾਂ ਸਾਨੂੰ ਆਪਣੇ ਜੋ ਬੱਚੇ ਹੈ ਉਹਨਾਂ ਵਿੱਚ ਸੰਸਕਾਰ ਪਾਣੇ ਪੈਣਗੇ। ਇਹ ਚੀਜ਼ ਅੱਜ ਹੀ ਹੁਣੇ ਹੀ ਖਤਮ ਹੋਣ ਵਾਲੀ ਨਹੀਂ ਹੈ ਕਿ ਅਸੀਂ ਕਹੀਏ ਕਿ ਸਾਡੇ ਬੱਚਿਆਂ ਤੇ ਅਗਰ ਅਸੀਂ ਅੱਜ ਆਪਣੀ ਬੇਟੀ ਵਿਆਹ ਕੇ ਭੇਜ ਰਹੇ ਹਾਂ ਤੇ ਅੱਜ ਹੀ ਸਾਰੀਆਂ ਚੀਜ਼ਾਂ ਅਸੀਂ ਸੋਚ ਲਾਂਗੇ ਕਿ ਇੰਡੀਆ ਦੇ ਅੰਦਰ ਕੀ ਦੇਖੋ ਇਹ ਬੱਚੀ ਜੋ ਰਹਿ ਰਹੀ ਹੈ ਵਿਦੇਸ਼ ਦੇ ਅੰਦਰ ਰਹਿ ਰਹੀ ਹੈ, ਅਮਰੀਕਾ ਦੀ ਧਰਤੀ ਹੈ ਜਿੱਥੇ ਸੋ ਕਾਲਡ ਸੋਸਾਇਟੀ ਬਹੁਤ ਮੈਟਰ ਕਰਦੀ ਹੈ ਔਰ ਜੋ ਰੂਲਸ ਨੇ ਉਹ ਬੜੇ ਸਟ੍ਰਿਕਟ ਨੇ, ਜੋ ਇੰਡੀਆ ਨਾਲੋਂ ਵੀ ਉੱਥੇ ਜਸਟਿਸ ਜ਼ਿਆਦਾ ਮਿਲਦਾ ਹੈ, ਹਰੇਕ ਤਰੀਕੇ ਦਾ ਕਾਨੂੰਨ ਉੱਥੇ ਜ਼ਿਆਦਾ ਲਾਇਲ ਤਰੀਕੇ ਨਾਲ ਨਿਭਾਇਆ ਜਾਂਦਾ, ਲੇਕਿਨ ਫਿਰ ਵੀ ਉਸ ਬੱਚੀ ਨਾਲ ਐਡਾ ਗਲਤ ਹੋਇਆ ਜੋ ਕਿ ਬਹੁਤ ਦੁਖਦਾਈ, ਬਹੁਤ ਮੰਦਭਾਗੀ ਘਟਨਾ ਸਭ ਦੇ ਲਈ ਹੈ। ਸਾਰਿਆਂ ਦਾ ਸਿਰ ਜੋ ਹੈ ਉਹ ਸ਼ਰਮਸਾਰ ਹੈ, ਖਾਸ ਕਰਕੇ ਪੰਜਾਬੀ ਕਮਿਊਨਿਟੀ ਦਾ, ਕਿਉਂਕਿ ਸਾਡੇ ਜੋ ਬੱਚੇ ਹੈ ਉਹ ਅੱਜ ਅਸੀਂ ਪੜ੍ਹਾ ਤੇ ਲਿਖਾ ਤੇ ਅਸੀਂ ਪੈਸਾ ਲਗਾਤਾ ਉਹਨਾਂ ਬੱਚਿਆਂ ਨੂੰ ਬਾਹਰ ਵੀ ਭੇਜਤਾ, ਲੇਕਿਨ ਸਾਡੇ ਵਿੱਚ ਕਿੱਥੇ ਕਮੀ ਰਹੀ ਕਿ ਸਾਡੇ ਬੱਚਿਆਂ ਨੂੰ ਅਸੀਂ ਆਪਣੀ ਸੁਰੱਖਿਆ ਕਰਨਾ ਨਹੀਂ ਸਿਖਾ ਸਕੇ। ਸਾਡੇ ਬੱਚਿਆਂ ਵਿੱਚ ਅਸੀਂ ਉਹ ਸੰਸਕਾਰ ਹੀ ਨਹੀਂ ਭਰ ਸਕੇ ਕਿ ਇਹ ਬੜਾ ਦੁੱਖ ਵਾਲਾ ਵਿਸ਼ਾ ਹੈ ਕਿ ਅੱਜ ਸਾਡੀਆਂ ਬੱਚੀਆਂ ਜੋ ਹੈ ਉਹ ਸਫਰ ਕਰਦੀਆਂ, ਮੈਰਿਜ ਦੇ ਅੰਦਰ ਵੀ ਸਫਰ ਕਰਦੀਆਂ, ਉਹ ਪੜ੍ਹਨ ਜਾਂਦੀਆਂ ਤਾਂ ਸਫਰ ਕਰਦੀਆਂ, ਉਹ ਬੱਸਾਂ ਵਿੱਚ ਬਹਿੰਦੀਆਂ ਤਾਂ ਸਫਰ ਕਰਦੀਆਂ। ਮਤਲਬ ਫੀਮੇਲ ਜੋ ਹੈ ਉਹ ਹਰ ਤਰੀਕੇ ਨਾਲ ਪ੍ਰਤਾੜਿਤ ਹੁੰਦੀ ਹੈ। ਅੱਜ ਅਗਰ ਅਸੀਂ ਆਪਣੀ ਬੱਚੀ ਨੂੰ ਘਰੋਂ ਪੜ੍ਹਨ ਲਈ ਵੀ ਬਾਹਰ ਭੇਜਦੇ ਹਾਂ ਤਾਂ ਸਾਡੀਆਂ ਬੱਚੀਆਂ ਸੇਫ ਨਹੀਂ ਹੈ। ਸਾਡੀਆਂ ਬੱਚੀਆਂ ਅਗਰ ਡੋਮੈਸਟਿਕ ਨਾ ਹੋਣਗੀਆਂ ਤਾਂ ਉਹਨਾਂ ਨਾਲ ਰੇਪ ਹੋ ਜਾਂਦਾ ਹੈ,
ਉਹਨਾਂ ਨੂੰ ਆਫਿਸ ਦੇ ਅੰਦਰ ਇਸ ਤਰੀਕੇ ਨਾਲ ਤਾੜਿਆ ਜਾਂਦਾ ਹੈ, ਘੂਰਿਆ ਜਾਂਦਾ ਹੈ, ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ। ਅਸੀਂ ਹਰ ਤਰੀਕੇ ਤੋਂ ਪਰੇਸ਼ਾਨ ਹਾਂ, ਲੇਕਿਨ ਫਿਰ ਵੀ ਸਾਨੂੰ ਇੱਕ ਚੀਜ਼ ਜੋ ਹੈ, ਜੋ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਕਰਨੀ ਪਊਗੀ ਔਰ ਜਲਦੀ ਕਰਨੀ ਪਊਗੀ। ਸਾਨੂੰ ਆਪਣੇ ਲੜਕਿਆਂ ਦੇ ਅੰਦਰ ਸੁਧਾਰ ਲਿਆਉਣਾ ਪਊਗਾ, ਸਾਨੂੰ ਆਪਣੇ ਬੇਟਿਆਂ ਨੂੰ ਸਮਝਾਉਣਾ ਪਊਗਾ ਕਿ ਜਦ ਤੁਸੀਂ ਕਿਸੇ ਨੂੰ ਵਿਆਹ ਕੇ ਘਰ ਲੈ ਕੇ ਆਉਂਦੇ ਹੋ ਤੇ ਤੁਹਾਡੀ ਉਹ ਰਿਸਪੌਂਸਿਬਿਲਿਟੀ ਤਾਂ ਬਣਦੀ ਹੈ ਕਿ ਉਹਨੂੰ ਖੁਸ਼ ਰੱਖਣਾ, ਬਲਕਿ ਉਹਦੀ ਨਾ ਕਿ ਉਹਦੀ ਇੱਜ਼ਤ ਕਰਨਾ, ਉਹਦੇ ਨਾਲ ਹਰੇਕ ਸੁੱਖ ਦੁੱਖ ਔਰ ਉਹਦੇ ਕੰਮਕਾਜ ਦੇ ਅੰਦਰ ਵੀ ਓਨਾ ਹੀ ਭਾਗੀਦਾਰ ਹੋਣਾ। ਇਹ ਨਹੀਂ ਕਿ ਜੀ ਲੜਕੀ ਕੰਮ ਤੇ ਜਾ ਰਹੀ ਹੈ, ਘਰੇ ਆ ਕੇ ਰੋਟੀਆਂ ਪਕਾ ਰਹੀ ਹੈ ਤੇ ਫਿਰ ਉਹ ਬੱਚਿਆਂ ਨੂੰ ਸੰਭਾਲ ਰਹੀ ਹੈ, ਮਤਲਬ ਪੂਰੀ ਦੀ ਪੂਰੀ ਰਿਸਪੌਂਸਿਬਿਲਿਟੀ ਜੋ ਹੈ ਉਹ ਫੀਮੇਲ ਉੱਤੇ ਆ ਗਈ ਹੈ। ਇਹ ਬੜਾ ਹੀ ਗਲਤ ਹੈ, ਜੋ ਗਲਤ ਦਿਸ਼ਾ ਦੇ ਅੰਦਰ ਜਾ ਰਿਹਾ ਹੈ। ਇਸ ਲਈ ਵਿਮਨਸ ਦਾ ਖਾਲੀ ਜੋ ਹੈ ਕਹਿ ਸਕਦੇ ਹਾਂ ਕਿ शारीरिक ही टॉर्चर नहीं ਹੁੰਦਾ, ਮਾਨਸਿਕ ਤੇ ਉਹਦੀ ਸਿਹਤ ਤੇ ਵੀ ਬੁਰੇ ਇਫੈਕਟਸ ਪੈਂਦੇ ਆ। ਬਿਲਕੁਲ ਤੇ ਕੀਰਤੀ ਸਭ ਮੈਮ, ਤੋਂ ਇਹਦਾ ਸੋਲੂਸ਼ਨ ਇਹ ਨਿਕਲਦਾ ਮੈਮ ਕਿ ਸਮਾਂ men ਥੋੜਾ ਨੂੰ ਜਿਹਾ ਘੱਟ ਸੁਧਾਰਿਆ ਹੈ। ਜਾਏ। ਕੀਰਤੀ ਮੈਮ, ਤੁਸੀਂ ਫਾਈਟ ਫॉर योर ਰਾਈਟ ਦੇ ਮੈਨੇਜਰ ਵੀ ਹੋ ਤੇ ਕਾਫੀ ਲੋਕਾਂ ਨੂੰ ਜਿਹੜਾ ਜਾਗਰੂਕ ਵੀ ਕਰਦੇ ਹੋ। ਤੁਹਾਡੇ ਤੱਕ ਜੇਕਰ ਕੋਈ ਰੀਚ ਆਊਟ ਕਰਨਾ ਚਾਹੁੰਦਾ ਹੈ, ਕਿਵੇਂ ਤੁਸੀਂ ਉਹਨਾਂ ਦੀ ਮਦਦ ਕਰੋ, ਕੀ ਕਹਿਣਾ ਚਾਹੋਗੇ? बिल्कुल, मैं अपने फाइट फॉर अ राइट कैंपेन के ज़रिए लीगल अवेयरनेस प्रोग्राम्स करती हूँ और ऐसे विक्टिम्स जिनको कि न्याय मिलने में प्रॉब्लम हो रही है और वो रीच आउट नहीं कर सकते हैं, उनके लिए मैंने अपना नंबर पब्लिकली प्रोवाइड करा हुआ है अपने फेसबुक पे, यूट्यूब पे, मेरा यूट्यूब चैनल भी है। और मैं अपना नंबर यहाँ पे भी देना चाहूँगी, जो भी सुन रहे हैं पब्लिकली 9822649001। दिस इज़ माय पब्लिक नंबर फॉर एवरीबडी हु सीक्स जस्टिस। और दो बातें मैं लास्ट में ज़रूर ये कहना चाहूँगी कि यहाँ पर दो चीज़ें बहुत ध्यान देने वाली हैं कि अगर हम अन्याय को सहते तो अन्याय बढ़ता रहेगा, और मनदीप कौर उस लेवल तक पहुंच गई कि अन्याय सहन नहीं कर पाई। तो ऐसी परिस्थिति नहीं आनी चाहिए कि हम बिल्कुल सहन शक्ति के परे आ जाएं और ऐसा एक्सट्रीम स्टेप लेने को मजबूर हो जाएं। इसलिए पहले कदम पर ही आवाज़ उठानी चाहिए। उसके लिए लीगल अवेयरनेस बहुत ज़रूरी है, इसीलिए मैं लीगल अवेयरनेस प्रोग्राम्स करती हूँ ताकि सब लोगों को एटलीस्ट थोड़ा बहुत लीगल नॉलेज हो। उनके साथ अन्याय हो तो उनको पता हो कि उन्हें कहाँ जाना है, कैसे अप्रोच करना है पुलिस अथॉरिटीज़ को या कोर्ट को। दूसरी बात जो बहुत बड़ी मैंने शुरू में भी कही, वो मैं एंड में ये कहना चाहूँगी कि इस लॉ का काफ़ी जगह पे मिसयूज़ भी होता है। बहुत सारे ऐसे केसेस एज एन एडवोकेट मैं देखती हूँ कि जहाँ पर एक्चुअल में वायलेंस, डोमेस्टिक वायलेंस नहीं हुआ होता है, वहाँ भी जो वाइफ होती हैं वो कंप्लेंट्स कर देती हैं, और जो मेन हैं जिन्होंने नहीं एक्चुअली अन्याय कुछ किया है उनके साथ में अन्याय होने लगता है फॉल्स केसेस की वजह से। और इन फॉल्स केसेस की वजह से दो प्रॉब्लम्स होती हैं। एक तो कोर्ट का बर्डन बहुत ज़्यादा बढ़ जाता है। कोर्ट का बर्डन बहुत ज़्यादा बढ़ने की वजह से जो एक्चुअल रियल केसेस हैं उसमें न्याय मिलने में देरी होती है। दूसरी बात कि फॉल्स केसेस की वजह से जो रियल में केसेस हैं जहां पर सच में अत्याचार हो रहा है, डोमेस्टिक वायलेंस हो रहा है, वो अगर औरत भी अगर कंप्लेंट करने जाती है तो पहली बात उसको शंका की नज़र से देखा जाता है कि आपने भी फॉल्स ही किया होगा। इसीलिए यहाँ पर मैं ये संदेश देना चाहूँगी कि फॉल्स केसेस महिलाएं ना करें, क्योंकि आपकी जो सहेलियां हैं जिनके साथ रियल में ऐसा हो रहा है उनको न्याय मिलने में प्रॉब्लम होगी। और मैं दूसरी बात उन लेडीज को कहना चाहूंगी कि जिन सच में गलत हो रहा है वो चुप ना बैठे और वो सामने आए और कंप्लेंट करें। बिल्कुल, शिकायत करना बेहद ਜ਼ਰੂਰੀ ਹੈ, ਚੁੱਪ ਨਾ ਰਹੋ। ਇਹ ਮੈਸੇਜ ਜਿਹੜਾ ਹੈ ਦੋਨੋਂ ਵੱਲੋਂ ਦਿੱਤਾ ਗਿਆ ਹੈ। ਮੋਨਿਕਾ ਅਰੋੜਾ ਜਿਹੜੇ ਕਿ ਸਮਾਜ ਸੇਵੀ ਨੇ, ਉਹਨਾਂ ਨੂੰ ਵੀ ਤੁਸੀਂ ਜਿਹੜਾ ਹੈ ਜੇ ਤੁਸੀਂ ਉਹਨਾਂ ਦੀ ਮਦਦ ਚਾਹੁੰਦੇ ਹੋ ਤੇ ਉਹਨਾਂ ਦਾ ਵੀ ਫੇਸਬੁੱਕ ਪੇਜ ਹੈ ਤੇ ਉੱਥੇ ਜਾ ਕੇ ਉਹ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਉਹ ਤੁਹਾਡੀ ਹੈਲਪ ਕਰਨਗੇ। ਤੇ ਇਸ ਤੋਂ ਇਲਾਵਾ ਕੀਰਤੀ ਅਹੂਜਾ ਜਿਹੜੇ ਕਿ ਐਡਵੋਕੇਟ ਨੇ ਤੇ ਇੱਕ ਸੋਸ਼ਲ ਇਨੀਸ਼ੀਏਟਿਵ ਵੀ ਕਰਦੇ, ਫਾਈਟ ਫॉर योर ਰਾਈਟ ਨਾਮ ਦੀ ਉਹਨਾਂ ਦੀ ਇੱਕ ਸੋਸ਼ਲ ਇਨੀਸ਼ੀਏਟਿਵ ਹੈ ਜਿਸ ਵਿੱਚ ਉਹ ਲੋਕਾਂ ਦੀ ਮਦਦ ਕਰਦੇ। ਲੀਗਲ ਅਵੇਅਰਨੈਸ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਮੈਮ ਸਾਡੇ ਨਾਲ जुड़न दे लई। तुसीं दोनों साडे नाल जुड़े। उम्मीद करते हैं कि जिहड़े दर्शक जुड़े हैं उन्हां नूं कुछ ना कुछ मदद जरूर मिलेगी, जिहड़े कि सह रहे ने उन्हां नूं जरूर मदद मिलेगी। ते बेहद अहम अज दा इह समाजिक इशू है ते अज दा नहीं है, बहुत पुराना है, पर चुप नहीं रहना है। ये जरूर यकीनी बनाना है, हर एक महिला नूं यकीनी बनाना है कि चुप नहीं रहना, सहना नहीं है। गलत जो कोई कर रहा है तो उसके खिलाफ आवाज़ जरूर उठानी है, लेकिन जब कोई महिला गलत कर रही है तो जिहड़ा पुरुष है उसनूं भी जिहड़ा अपनी
अपनी आवाज़ उठानी बेहद ज़रूरी है, क्योंकि सुनवाई भले लेट होएगी पर किते ना किते जस्टिस ਤਾਂ ਹੀ मिलेगा जद ਅਸੀਂ आवाज़ उठाणगे। ते नंबर्स फ्लैश हो रहे हैं ਤੁਹਾਡੀ ਸਕਰੀਨ ਤੇ, ਨੈਸ਼ਨਲ ਕਮਿਸ਼ਨ ਫਾਰ ਵਿਮਨ ਦੇ ਇਹ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜੇਕਰ ਤੁਸੀਂ ਵੀ ਸ਼ਿਕਾਰ ਹੋ ਰਹੇ ਹੋ ਘਰੇਲੂ ਹਿੰਸਾ ਦੇ, ਕਿਸੇ ਵੀ ਤਰੀਕੇ ਦੀ ਹਿੰਸਾ ਦੇ ਤੁਸੀਂ ਸ਼ਿਕਾਰ ਹੋ ਰਹੇ ਹੋ, ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਇੱਕ ਈਮੇਲ ਆਈਡੀ ਹੈ, ਉਸ ਈਮੇਲ ਆਈਡੀ ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਦੇ ਇਲਾਵਾ ਜਿਹੜਾ ਅੱਜ ਪੈਨਲ ਬੈਠਿਆ ਸੀ ਸਾਡੇ ਨਾਲ, ਉਹ ਅਜਿਹੀ ਮਹਿਲਾਵਾਂ ਨੇ ਜਿਹੜੇ ਕਿ ਸਮਾਜ ਦੇ ਵਿੱਚ ਮਹਿਲਾਵਾਂ ਦੀ ਮਦਦ ਕਰਦੀਆਂ ਤੇ ਪੁਰਸ਼ਾਂ ਦੀ ਮਦਦ ਕਰਦੀਆਂ, ਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਉਹਨਾਂ ਦੇ ਨਾਲ ਜੁੜ ਸਕਦੇ ਹੋ, ਉਹਨਾਂ ਤੋਂ ਸਵਾਲ ਪੁੱਛ ਸਕਦੇ ਹੋ। ਤੇ ਅੱਜ ਦਾ ਬੇहद ਅਹਿਮ ਮੁੱਦਾ ਸੀਗਾ, ਗੱਲਬਾਤ ਕੀਤੀ ਗਈ ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਬਹੁਤ ਲੋਕਾਂ ਦੇ ਵਾਸਤੇ ਮਦਦਗਾਰ ਸਾਬਿਤ ਹੋਏਗਾ, ਕਿਉਂਕਿ ਮਨਦੀਪ ਕੌਰ ਜਿਹੀ ਇੱਕ ਨਹੀਂ ਹੈ, ਪਤਾ ਨਹੀਂ ਕਿੰਨੀ ਕੀ ਮਹਿਲਾਵਾਂ ਨੇ ਜਿਹੜੇ ਕਿ ਸਹਿ ਰਹੀ ਹੈ, ਕਿੰਨੇ ਕੀ ਪੁरुष ਨੇ ਜਿਹੜੇ ਕਿ ਸਹਿ ਰਹੇ ਹੈ। ਤੇ ਸਹੋ ਨਾ, चुप ना रहो, अपनी आवाज़ बुलंद करो। अज का जिहड़ा यही मैसेज है। तो कल फिर तुहाडे सामने नवे मुद्दे नूं लैके हाजिर होणगे। तद तक मैनूं दिओ इजाजत। सत श्री अकाल।